جی خرم صاحب، اب ہم مشینری کی طرف آ گئے ہیں اور ਇਹ ਜਿਹੜੀ ਮਸ਼ੀਨ ਨਜ਼ਰ ਆ ਰਹੀ ਹੈ ਸਾਡੇ ਸਾਹਮਣੇ, ਇਹ ਤੁਸੀਂ ਦੱਸਿਆ ਕਿ ਇਹ ਮੂੰਜੀ ਦੀ ਕਾਸ਼ਤ ਵਾਸਤੇ ਇਸਤੇਮਾਲ ਹੁੰਦੀ ਹੈ। ਜ਼ਰਾ ਜ਼ਿਮੀਂਦਾਰਾਂ ਵਾਸਤੇ ਵਜ਼ਾਹਤ ਕਰੋਗੇ? ਜੀ ਅੱਛਾ, ਜਿਹੜੀ ਤੁਸੀਂ ਮਸ਼ੀਨ ਇਸ ਟਾਈਮ ਦੇਖ ਰਹੇ ਹੋ, ਮੇਰੇ ਸਾਰੇ ਜ਼ਿਮੀਂਦਾਰ ਭਰਾ ਜਿਹੜੇ ਨੂੰ ਦੇਖ ਰਹੇ ਨੇ ਕਿ DSR ਜਿਵੇਂ ਅਸੀਂ ਪਹਿਲੇ ਜ਼ਿਕਰ ਸਾਰਾ ਕਰ ਚੁੱਕੇ ਹਾਂ। DSR ਜੀ ਡਰਿਲ ਹੈ, ਉਹ ਤੇ 3-4 ਸਾਲ ਪਹਿਲੇ ਇੰਟਰੋਡਿਊਸ ਹੋਈ, ਜ਼ਿਮੀਂਦਾਰਾਂ ਦਾ ਤਜਰਬਾ ਵੀ ਕੀਤਾ। ਤੇ ਅਸੀਂ ਕਿਉਂਕਿ ਪਟੜੀਆਂ 'ਤੇ ਕਰ ਰਹੇ ਤਾਂ ਅਸੀਂ ਫਿਰ ਖੁਦ ਹੀ ਇੱਕ ਆਪਣੀ ਸੋਚ ਨਾਲ ਕਿ ਮਸ਼ੀਨ ਡਿਵੈਲਪ ਕੀਤੀ ਹੈ। ਇਹ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ, ਇਹਦਾ ਨਾਮ ਅਸੀਂ ਰੱਖਿਆ ਹੈ DSR ਬੈੱਡ ਪਲਾਂਟਰ, ਯਾਨੀ ਕਿ ਖੁਸ਼ਕ ਮੂੰਜੀ ਦੀ ਬਜਾਈ ਬਰਾਹ ਰਾਸਤ ਪਟੜੀਆਂ ਦੇ ਉੱਤੇ। ਅਤੇ ਇਹਦਾ ਜਿਹੜਾ ਸਿਸਟਮ ਹੈ ਉਹ ਬੜਾ ਹੈਗਾ। ਤੇ ਅਗਰ ਤੁਸੀਂ ਦੇਖੋ ਤਾਂ ਇਹ ਸਾਰੀ ਉਹਦੀ ਡਿਵਾਈਸ ਲੱਗੀ ਹੋਈ ਹੈ, ਮੀਟਿੰਗ ਡਿਵਾਈਸ ਹੈ ਇਹਦੀ ਨਾ। ਇਹਦੇ ਵਿੱਚ ਅਸੀਂ ਪਾਉਂਦੇ ਹਾਂ ਦਾ ਸੀਡ, ਤਕਰੀਬਨ ਟੋਟਲ ਜਿਹੜਾ 2-2 ਕਿਲੋ ਐਟ ਅ ਟਾਈਮ ਵਿੱਚ ਸੀਡ ਪੈ ਸਕਦਾ ਹੈ ਇਸ ਡੱਬੇ ਦੇ ਵਿੱਚ ਨਾ। ਅਤੇ ਇਹ ਥੱਲੇ ਇਹਦੀ ਟਾਈਨਸ ਨੇ ਜਿਹੜੀਆਂ 4 ਟਾਈਨਸ ਇੱਕ ਪਾਸੇ ਨੇ, 4 ਇੱਕ ਪਾਸੇ ਨੇ। ਅਤੇ ਅੱਗੇ ਤੁਸੀਂ ਵੇਖ ਰਹੇ ਹੋ ਇਹ ਸਾਡੇ ਲੱਗੇ ਹੋਏ ਨੇ ਬੈੱਡ ਸ਼ੇਪਰ, ਜਾਂ ਜਿਹੜੇ ਪੱਟੜੀ ਬਣਾਉਂਦੇ ਨੇ। ਇਹ ਜਿਹੜੇ ਪੱਟੜੀ ਬਣਾਉਂਦੇ ਨੇ 3 ਅਸੀਂ ਬੈੱਡ ਸ਼ੇਪਰ ਲੱਗੇ ਹੋਏ ਨੇ। ਅਤੇ ਸਿੰਪਲ ਇਹਦਾ ਮੈਕੈਨਿਜ਼ਮ ਤਾਂ ਉਹੀ ਹੈਗਾ ਕਿ ਇੱਕ ਹਾਪਰ 'ਚ ਅਸੀਂ ਖਾਦ ਪਾ ਦਿੰਦੇ ਹਾਂ। ਜੋ ਵੀ ਜ਼ਿੰਮੇਦਾਰ DAP ਨੂੰ ਤਾਂ ਵੈਸੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਜੋ ਵੀ ਮਤਲਬ ਕਿ ਅਸੀਂ NPK ਵੀ ਇਸਤੇਮਾਲ ਕਰ ਸਕਦੇ ਹਾਂ, ਜੋ ਵੀ ਸਾਡੀ ਰਿਕੁਆਇਰਮੈਂਟ ਹੈ ਜ਼ਮੀਨ ਦੀ। ਅਤੇ ਇਹਦੇ 'ਚ ਅਸੀਂ ਪਾ ਦਿੰਦੇ ਹਾਂ ਮੂੰਜੀ ਦਾ ਬੀਜ। ਅਤੇ ਜਦੋਂ ਅਸੀਂ ਮਸ਼ੀਨ ਚਲਾਉਂਦੇ ਹਾਂ ਤਾਂ ਇਹ ਸਿੰਪਲ ਕੀ ਕਰਦੀ ਹੈ ਕਿ ਤਕਰੀਬਨ 2.25 ਫੁੱਟ ਦਾ ਬੈੱਡ ਬਣਾਉਂਦੀ ਹੈ, ਪੱਟੜੀ ਬਣਾਉਂਦੀ ਹੈ ਅੱਗੇ ਅੱਗੇ। ਅਤੇ ਪਿੱਛੇ ਜਿਹੜੇ ਉਹਦੇ ਟਾਈਨਸ ਹੈਗੇ ਨੇ, ਇਹ ਇੱਕ ਬੈੱਡ ਦੇ ਉੱਤੇ 4 ਲਾਈਨਾਂ, ਕਦੇ 2 ਲਾਈਨਾਂ ਨਾਲ ਬੈੱਡ ਛੋਟਾ, ਬੈੱਡ ਵੱਡਾ। ਲੇਕਿਨ ਜਿਹੜੀ ਸਾਡੀ ਇੱਕ ਫਾਈਨਲ ਜਿਹੜੀ ਸਾਡੀ ਇੱਕ ਆਊਟਕਮ ਨਿਕਲਿਆ ਸਾਡੀ ਤਹਿਕੀਕ ਤੋਂ, ਇਹ ਨਿਕਲਿਆ ਕਿ ਅਗਰ 2 ਫੁੱਟ ਦਾ ਬੈੱਡ ਹੋਵੇ, ਪੌਣੇ ਤੋਂ 2 ਫੁੱਟ ਦਾ, ਅਤੇ ਉਹਦੇ ਉੱਤੇ ਅਗਰ 4 ਲਾਈਨਾਂ ਲੱਗ ਜਾਣ ਮੂੰਜੀ ਦੀਆਂ, ਅਤੇ ਉਹ ਤਕਰੀਬਨ 1 ਲੱਖ ਜਿਹੜਾ ਬੂਟਾ ਨਾ ਜੀ ਆਪਣਾ ਮੂੰਜੀ ਦਾ, ਉਹਨੂੰ ਅਸੀਂ ਮੀਟ ਕਰ ਲੈਂਦੇ ਹਾਂ 1 ਕਿੱਲੇ ਦੇ ਵਿੱਚ। ਅਤੇ ਲਿਹਾਜ਼ਾ ਇਹ ਜਿਹੜੀ ਅਸੀਂ ਮਸ਼ੀਨ ਡਿਜ਼ਾਈਨ ਕੀਤੀ ਹੈ, ਇਹ ਮਤਲਬ ਕਿ ਪਟੜੀ ਬਣਾਏਗੀ, ਨਾਲ ਅਸੀਂ ਸੁਹਾਗਾ ਵੀ ਨਾਲ ਉੱਤੋਂ ਦੇ ਦਿੱਤਾ। ਇਹ ਵਾਲਾ ਤੁਸੀਂ ਦੇਖ ਰਹੇ ਹੋ ਕਿ ਸੁਹਾਗਾ ਵੀ ਐਡਜਸਟੇਬਲ ਹੈ, ਕਿ ਜਿਵੇਂ ਉਹ ਮਤਲਬ ਬੈੱਡ ਨੂੰ, ਕਿਉਂਕਿ ਜਦੋਂ ਸ਼ੇਪਰ ਬਣਦਾ ਉਹਦਾ ਰਫ ਸ਼ੇਪ ਹੁੰਦੀ ਹੈ, ਸੁਹਾਗਾ ਉਹਨੂੰ ਉੱਤੋਂ ਇੱਕ ਪੱਧਰਾ ਕਰ ਦਿੰਦਾ। ਅਤੇ ਨਾਲ ਹੀ ਫਿਰ ਪਿੱਛੋਂ ਖਾਦ, ਅਤੇ ਇੱਕ ਪਾਸੋਂ ਖਾਦ ਆ ਰਹੀ ਹੈ, ਇੱਕ ਪਾਸੋਂ ਉਹਦਾ ਸੀਡ ਆ ਰਿਹਾ, ਅਤੇ ਉਹਦੇ ਉੱਤੇ ਬਜਾਈ ਕਰ ਦਿੰਦਾ। ਇਹ ਸਾਡਾ ਹਾਲੀ ਟਰਾਇਲ ਬੇਸਿਸ 'ਤੇ ਚੱਲ ਰਹੀ ਹੈ ਮਸ਼ੀਨ। ਇਹ ਸਾਡਾ ਇਸ ਸਾਲ ਅਸੀਂ ਦੂਸਰਾ ਸਾਲ ਸਾਡਾ ਹੋਏਗਾ। ਲਾਸਟ ਈਅਰ ਵੀ ਅਸੀਂ ਦਾ ਟਰਾਇਲ ਲਾਇਆ ਸੀ। ਅਤੇ ਲੇਕਿਨ ਮੈਂ ਫਿਰ ਉਹ ਦੱਸਾਂਗਾ ਜੋ ਪਹਿਲੇ ਸ਼ਾਇਦ ਮੈਂ ਜ਼ਿਕਰ ਕਰ ਚੁੱਕਿਆ ਕਿ ਨੋ ਡਾਊਟ ਕਿ ਇਹ ਟੈਕਨੋਲੋਜੀ ਬਹੁਤ ਅੱਛੀ ਹੈ। ਬੇਸ਼ੱਕ ਉਹ DSR ਅਸੀਂ ਫਲੈਟ ਕਰ ਲਈ ਹੈ ਜਾਂ ਪਟੜੀਆਂ 'ਤੇ ਕਰ ਲਈ ਹੈ, ਲੇਕਿਨ ਇਸ਼ੂ ਸਾਨੂੰ ਵੀ ਹੋਇਆ ਸੀ ਜਿਹੜਾ ਜ਼ਿੰਮੇਦਾਰ ਨੇ ਜਿਹਦਾ ਸਾਹਮਣਾ ਕੀਤਾ VD ਸਾਈਡ ਦਾ, ਕਿ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਆਪਣੀ ਪੂਰੀ ਕੀਤੀ ਮਹਿਕਮੇ ਨਾਲ ਮਿਲ ਕੇ ਕਿ ਅਸੀਂ ਵੀਡਸ ਨੂੰ ਕੰਟਰੋਲ ਕਰੀਏ। ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋ ਗਏ ਵੀਡਸ ਨੂੰ, ਲੇਕਿਨ ਉਸ ਤਰ੍ਹਾਂ ਅਸੀਂ ਕਾਮਯਾਬ ਹਾਲੀ ਤੱਕ ਨਹੀਂ ਹੋ ਸਕੇ। ਅਤੇ ਇਨਸ਼ਾਅੱਲਾ ਸਾਡੇ ਕੁਝ ਹੋਰ ਇਹਦੇ ਵਿੱਚ ਕਮੀ ਪੇਸ਼ ਉਹ ਵੀ ਇਸ ਸਾਲ ਅਸੀਂ ਪੂਰੀਆਂ ਕੀਤੀਆਂ ਨੇ। ਅਤੇ ਇਸ ਸਾਲ ਅਸੀਂ ਫਿਰ ਦੁਬਾਰਾ ਆਪਣੇ ਰਕਬੇ 'ਚ ਵੀ ਲਾਵਾਂਗੇ। ਅਤੇ ਪਲੱਸ ਸਾਬੀ ਦੇ ਨਾਲ ਮਿਲ ਕੇ, ਗਿੱਲ ਸਾਹਿਬ ਦੇ ਨਾਲ ਮਿਲ ਕੇ, ਜਿਹੜੇ ਸਾਡੇ ਪ੍ਰੋਗਰੈਸਿਵ ਫਾਰਮਰਸ ਨੇ, ਉੱਥੇ ਵੀ ਅਸੀਂ ਇਨਸ਼ਾਅੱਲਾ ਇਹਦੇ ਟਰਾਇਲ ਲਾਵਾਂਗੇ। ਜੀ ਸਰ ਪਲੀਜ਼। ਖੁਰਮ ਸਾਹਿਬ, ਜਿਸ ਤਰ੍ਹਾਂ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ, ਸਾਡੇ ਜਿਹੜੇ ਜ਼ਿਮੀਂਦਾਰ ਕਾਸ਼ਤਕਾਰ ਸਾਹਿਬਾਨ, ਉਹ ਜਿਹੜਾ ਕਣਕ ਵਾਲਾ ਬੈੱਡ ਪਲਾਂਟਰ ਹੈ ਉਹਦੇ ਨਾਲ ਉਹ ਬੜੇ ਫੈਮੀਲੀਅਰ ਨੇ। ਇਹ ਜਿਹੜਾ ਸਾਈਡ ਦੇ ਉੱਤੇ ਇਹ ਬੈੱਡ ਪਲਾਂਟਰ ਹੈ ਜਿਹੜਾ ਕਿ ਇਸ ਵੇਲੇ ਇਹ ਬਹੁਤ ਜ਼ਿਆਦਾ ਲੋਕ ਇਸਤੇਮਾਲ ਕਰ ਰਹੇ ਨੇ ਇਹਨਾਂ ਨੂੰ। ਤੁਸੀਂ ਇਸ ਦੇ ਵਿੱਚ ਜਿਹੜਾ ਆਪਣੇ ਵੀਟ ਬੈਡਸ ਦੇ ਉੱਤੇ ਗਰੋ ਕਰ ਰਹੇ ਨੇ, ਇੱਥੇ ਹਾਫਜ਼ਾਬਾਦ, ਗੁਜਰਾਂਵਾਲਾ, ਸ਼ੇਖੂਪੁਰਾ ਬਹੁਤ ਜ਼ਿਆਦਾ ਲੋਕ, ਹੱਤਾ ਕਿ ਗ੍ਰੀਨਲੈਂਡ ਇੰਜੀਨੀਅਰ ਜਿਹੜੇ ਜਿਨ੍ਹਾਂ ਨੇ ਬੈੱਡ ਪਲਾਂਟਰ ਬਣਾਇਆ, ਉਹ ਇਸ ਵੇਲੇ ਅਫਰੀਕਨ ਕੰਟਰੀ ਨੂੰ ਵੀ ਐਕਸਪੋਰਟ ਕਰ ਰਹੇ ਨੇ। ਸੋ ਤੁਸੀਂ ਜਿਹੜੀ ਇਹ ਕਾਵਿਸ਼ ਹੈ, ਬੜੀ ਜ਼ਬਰਦਸਤ ਕਾਵਿਸ਼ ਹੈ। ਤੁਸੀਂ ਇਸੇ ਮਸ਼ੀਨ ਦੇ ਉੱਤੇ ਉਹ ਜਿਹੜਾ ਉਸੇ ਤਰ੍ਹਾਂ ਹੀ ਇਹ ਬੈੱਡ ਪਲਾਂਟਰ ਹੈ, ਉਹਦੇ ਉੱਤੇ ਤੁਸੀਂ ਜਿਹੜੀ ਉਹਦਾ ਕਣਕ ਬੀਜਣੀ ਹੈ, ਅਤੇ ਉਹਦੀ ਸੀਡ ਅਤੇ ਫਰਟੀਲਾਈਜ਼ਰ ਦੀ ਜਿਹੜੀ ਹੈ ਉਹਦੇ ਬਾਕਸ ਨੇ। ਇਹ ਜਿਹੜੇ ਮੂੰਜੀ ਵਾਸਤੇ ਤੁਸੀਂ ਇਹ ਕੀਤੇ ਨੇ ਡਿਵੈਲਪ, ਮਾਸ਼ਾਅੱਲਾ ਬਹੁਤ ਇੰਪ੍ਰੈਸਿਵ ਹੈ। ਇਹਦੇ 'ਤੇ 4 ਰੋਜ਼ ਆਉਂਦੀਆਂ ਨੇ, ਲੇਕਿਨ ਅਗਰ ਤੁਸੀਂ ਇਸ ਦਾ ਦੇਖੋ, ਇਹਦੇ ਜਿਹੜੇ ਨੇ ਇਹ ਨਹੀਂ, ਇਹਦੀਆਂ ਇਹ ਨੇ ਡਿਸਕਾਂ, ਇਹਦੇ ਮੁਕਾਬਲੇ 'ਚ ਤੁਸੀਂ ਇੱਥੇ ਦਿੱਤਾ ਹੈ ਟਾਈਨਸ। ਇਹ ਉਹ ਜ਼ੀਰੋ ਟਿਲ ਡਰਿਲ ਦੇ ਟਾਈਨਸ ਨੇ। ਤੁਸੀਂ ਇਸ ਵਾਸਤੇ ਕਿ ਮੈਂ ਕਾਸ਼ਤਕਾਰ ਸਾਥੀਆਂ ਦੀ ਜ਼ਰਾ ਇਨਫੋਰਮੇਸ਼ਨ ਲਈ ਜ਼ਿਆਦਾ ਇਹ ਦੱਸ ਰਿਹਾ ਕਿ ਤੁਸੀਂ ਆਪਣੇ ਉਸ ਬੈੱਡ ਪਲਾਂਟਰ ਨੂੰ ਇਨਸ਼ਾਅੱਲਾ ਇਸ ਸੀਜ਼ਨ 'ਚ ਅਗਰ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ,
ਪਿਛਲੀ ਦਫਾ ਸਾਨੂੰ ਉਹ ਮੈਨੂਫੈਕਚਰਰ ਜਿਹੜੇ ਨੇ ਉਹਨਾਂ ਨੇ ਸਾਨੂੰ ਨਹੀਂ ਸਾਥ ਦਿੱਤਾ ਪ੍ਰੋਪਰਲੀ। ਸ਼ਰੀਫ ਇੰਜੀਨੀਅਰਿੰਗ ਬਹੁਤ ਦੇਰ ਤੱਕ ਲੱਗੇ ਰਹੇ, ਲੇਕਿਨ ਉਹ ਬੜੀ ਮਾਯੂਸੀ ਹੋਈ। ਇਸ ਦਫਾ ਅਸੀਂ ਸਾਵੀ ਅਸੀਂ ਹੁਣੇ ਹੀ ਉਹਨਾਂ ਦੇ ਨਾਲ ਜਿਹੜਾ ਗ੍ਰੀਨਲੈਂਡ ਦੇ ਨਾਲ ਇਹ ਕਰਕੇ, ਚੁੱਕੇ ਗ੍ਰੀਨਲੈਂਡ ਨੇ ਇਹਨੂੰ ਡਿਵੈਲਪ ਕੀਤਾ, ਅਸੀਂ ਇਹ ਕਹਾਂਗੇ ਕਿ ਇਹਦੇ ਜਿਹੜੇ ਪ੍ਰੋਬਲਮਸ ਨੇ, ਇਸ਼ੂਜ਼ ਨੇ, ਉਹਨਾਂ ਨੂੰ ਐਡਰੈਸ ਕਰਨ। ਤੇ ਜਿਨ੍ਹਾਂ ਜ਼ਿਮੀਦਾਰਾਂ ਕੋਲ ਅਗਰ ਇਹ ਅੱਲਾਹ ਕੀਤਾ ਹੈ ਇਹ ਕਾਮਯਾਬ ਹੋਏਗਾ, ਔਰ ਇਨਸ਼ਾਅੱਲਾ ਵਿਦਨ ਨੈਕਸਟ ਸਾਡੇ ਚੰਦ ਵੀਕਸ ਦੇ ਵਿੱਚ ਹੀ ਅੱਲਾਹ ਕੀਤਾ ਰਾਈਸ ਸੀਜ਼ਨ ਤੋਂ ਪਹਿਲੋਂ ਇਹ ਜਿਹੜਾ ਨਾ ਇਹਨੂੰ ਅਸੀਂ ਠੀਕ ਕਰਾਂਗੇ। ਤੇ ਉਹਦੇ ਚੋਂ ਜਿਹੜੀ ਇਹਦੀਆਂ ਜਿਹੜੀਆਂ 4 ਰੋਜ਼ ਤੁਸੀਂ ਕਰਦੇ ਜੇ, ਤੁਸੀਂ ਉਹ ਪਿਛਲੇ ਰਾਈਸ ਦੇ ਜਿਹੜੇ ਸਟਬਲਸ ਨੇ, ਜਿਹੜੇ ਬੈਡਸ ਦੇ ਉੱਤੇ ਜਿਹੜੇ ਮੁੱਢ ਨੇ, ਉਹਨਾਂ ਵਾਸਤੇ ਇਹ ਚੇਂਜ ਕੀਤੀ ਹੈ। ਇਹ ਇੱਕ ਬਹੁਤ ਬੜੀ ਬ੍ਰੇਕ ਥਰੂ ਹੈ, ਔਰ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਸਾਡੇ ਉਹ ਕਾਸ਼ਤਕਾਰ ਇਹ ਮਲਟੀ ਕ੍ਰਾਪ ਜਿਹੜਾ ਬੈਡ ਪਲਾਂਟਰ ਹੋ ਜਾਏਗਾ। ਮੂੰਜੀ, ਮੱਕੀ, ਕਣਕ, ਜਿਹੜੇ ਬਾਕੀ ਆਪਣੇ ਮਟਰ, ਦੂਸਰੀਆਂ ਫਸਲਾਂ, ਔਰ ਇਹ ਅਗਰ ਜ਼ਿਮੀਦਾਰ ਜਿਹੜਾ ਹਰ ਸੀਜ਼ਨ 'ਚ ਉਹਨੂੰ ਇਸਤੇਮਾਲ ਕਰ ਲੈਣ। साउंड बैरियर अच्छा। तो काश्तकार साथियों, जिस फार्म सरगोदा के शाहीन यूनिट में हैं हम, यहाँ पर एक जेट साउंड बैरियर क्रॉस किया, तो उसमें ऐसी घबराने वाली बात नहीं है। तो ये एक बहुत बड़ी, मैं PCRWR आपके चेयरमैन साहब को और आप फ़ाखर साहब, आपको, खुरम साहब, फजल साहब, ये सारी टीम है, मैं मुबारकबाद देता हूँ। एक चीज़ जो है ना, ये एक गेम चेंजर होगा मेरी नज़र में इंशाल्लाह। इसमें सर गिल साहब, इसमें एक हमारी ये भी कोशिश है कि स्मोक का इशू है उसको भी एड्रेस किया जाए थ्रू सेम टेक्नोलॉजी, कि आप बजाय उसको मुड को जलाने के उसके अंदर बिजाई अगली फसल की कर सकें। तो हमारी ये भी कोशिश है कि इससे हम जो है ना इस डेवलपमेंट से रेजिड्यू मैनेजमेंट करके, और जो स्मोक काजिंग एक हमारे पास रेजिड्यू बचता है उसका भी जो है ना वो एक सद्देबाब हो जाए। ये फ़ाखर साहब ने बहुत इम्पॉर्टेंट पॉइंट रेज़ किया है। जब हम लाहौर से चले तो मैं उमर साहब को ये बता रहा था कि ये वो जगह है शेखुपुरा से के करीब, हम जब आते हैं इंटरचेंज के करीब, तो आज से कोई 14 साल पहले 2008 में 2 मई को ये जो था वीट की हार्वेस्ट हुई। लोगों ने 7 मोटरवे के खेतों को आग लगाई हुई थी, और वो जो थी मोटरवे पर कोई 30 गाड़ियाँ जो थी वो उनके एक्सीडेंट हुए। हमारे उस वक़्त के गवर्नर जनरल खालिद मकबूल साहब, उनकी सिस्टर और बहनोई भी उसमें थे, वो उनकी एक जो थे उनकी वो वफ़ात हो गई। तो ये पूरी दुनिया में ये रिपोर्ट हुआ, और उसमें ये है कि अब पूरी दुनिया में ये कानून बन रहा है कि जो मुल्क जहाँ पर रेजिड्यू को बर्न करते हैं उनके लिए सैंक्शंस आयद की जाएं, नहीं एक्सपोर्ट के अलावा उनके लिए सैंक्शंस। FAO एक कोड ऑफ कंडक्ट डेवलप कर रहा है कि उन कंट्रीज़ को ये देखा जाए कि ये सिर्फ माहौल के दुश्मन नहीं है, इंसानियत के दुश्मन है। और ये सारे का सारा जो रेजिड्यू है, आप देखें कि अभी आपने गंदम काटी है, गंदम के आपने ग्रेन ले लिया है, जिस पौधे ने उसको पैदा किया है उसको आप जला के यानी साड़ के सुहा कर देने असी ਉਹਦੇ ਚ ਵੀ ਉਨੇ कम से कम उन्ने नहीं तो कुछ ना कुछ प्रोटीन्स, कुछ ਜਿਹੜੇ ਕਾਰਬੋਹਾਈਡਰੇਟਸ, ਔਰ ਇਹ ਚੀਜ਼ ਨੇ ਜਿਹੜੀ ਸਾਇਲ ਹੈਲਥ ਇੰਪਰੂਵ ਕਰਨ ਲਈ ਚਾਹੁੰਦੇ ਨੇ। ਅਸੀਂ ਇਸ ਲਈ ਜਿਹੜਾ ਇਹ ਫਾਰਮ ਤੁਸੀਂ ਵੀ ਕਰ ਰਹੇ ਜੇ, ਜ਼ੈਦੀ ਫਾਰਮ ਜਿਹੜਾ ਤੁਸੀਂ ਵਿਜ਼ਿਟ ਕੀਤਾ ਹੈ, 20 ਸਾਲ ਤੋਂ 20 ਈਅਰਸ ਤੋਂ ਉਹਨਾਂ ਨੇ ਰੈਜ਼ੀਡਿਊ ਨੂੰ ਅੱਗ ਨਹੀਂ ਲਾਈ, ਔਰ ਉਹ ਅਸੀਂ ਉਹਨਾਂ ਨੂੰ ਸੈਲੂਟ ਕਰਦੇ ਹਾਂ। ਔਰ ਉਹਦਾ ਨਤੀਜਾ ਕੀ ਹੈ ਕਿ ਉਹਦੀ 10.3 ਬਹੁਤ ਜ਼ਿਆਦਾ pH ਸੀ, ਔਰ ਤਕਰੀਬਨ ਬਹੁਤ ਹੀ ਬੁਰੀ ਜ਼ਮੀਨ ਸੀ, ਵਰਸਟ ਟਾਈਪ ਆਫ ਲੈਂਡ ਤੁਸੀਂ ਜਿਹੜਾ ਸੋਚ ਸਕਦੇ ਜੇ। ਅਤੇ ਇਸ ਲਈ ਵੀ ਇਹ ਰੈਜ਼ੀਡਿਊ ਮੈਨੇਜਮੈਂਟ ਵੀ ਸਾਡੇ ਕੋਲੈਬੋਰੇਸ਼ਨ ਦਾ ਹਿੱਸਾ ਹੋਏਗਾ ਕਿ ਅਸੀਂ ਇਸ ਨੂੰ ਜਿਹੜੀ ਹੈ ਪਾਣੀ ਵੀ ਘੱਟ ਤੇ ਸਾਇਲ ਹੈਲਥ ਦੀ ਵੀ ਇੰਪਰੂਵਮੈਂਟ, ਔਰ ਇਹ ਰੈਜ਼ੀਡਿਊ ਮੈਨੇਜਮੈਂਟ ਇਹਦੇ 'ਚ ਆਏ। ਔਰ ਰਾਈਸ ਦਾ ਵੀ ਇਸੇ ਤਰ੍ਹਾਂ ਹੀ। ਫਿਰ ਇਹਨਾਂ ਹੀ ਬੈਡਸ ਨੂੰ ਅਸੀਂ ਇਹ ਕੋਸ਼ਿਸ਼ ਕਰਾਂਗੇ, ਕਿਉਂਕਿ ਤੁਸੀਂ ਹੁਣ ਮੱਕੀ ਇਹਦੇ ਤੋਂ ਬਾਅਦ ਮੂੰਜੀ ਤੋਂ ਬਾਅਦ ਕਣਕ ਆਉਣੀ ਹੈ, ਇਹਨਾਂ ਹੀ ਬੈਡਸ ਨੂੰ ਰੀਸ਼ੇਪ ਕਰਕੇ
ਇਹਨੂੰ ਇਹਦੀ ਐਡਜਸਟਮੈਂਟ ਕਰਕੇ ਉਹਨੂੰ ਦੁਬਾਰਾ ਉਹਨਾਂ ਹੀ ਬੈਡਸ ਦੇ ਉੱਤੇ, ਰਾਈਸ ਦੇ ਬੈਡਸ ਦੇ ਉੱਤੇ ਤੁਸੀਂ ਵੀਟ ਨੂੰ ਲਿਆਓ, ਯਾਨੀ ਇਹਨੂੰ ਬੰਦ ਕਰੋ ਔਰ ਉਹਨਾਂ ਨੂੰ ਯੂਜ਼ ਕਰਕੇ ਇਹ ਮਲਟੀ ਕ੍ਰਾਪ, ਇਹਨੂੰ ਮਟਰ ਜਾਂ ਬਾਕੀ ਫਸਲਾਂ ਲਾ ਸਕਦੇ ਜੇ। ਇਹ ਇੱਕ ਬਹੁਤ ਬੜੀ ਬਿਗਨਿੰਗ ਹੋਏਗੀ। ਇਹ ਅਸੀਂ ਜਿਹੜੀ ਹੈ ਇਸ ਪ੍ਰੋਗਰਾਮ ਤੋਂ ਅਸੀਂ ਚਾਹਾਂਗੇ ਕਿ ਸਾਵੀ ਦੇ ਪਲੇਟਫਾਰਮ ਤੋਂ ਅਸੀਂ ਪੂਰੇ ਜਿਹੜੇ ਰਾਈਸ ਵੀਟ ਦੇ, ਜਿਸ ਤਰ੍ਹਾਂ ਮੈਂ ਦੱਸਿਆ ਸੀ, ਤਕਰੀਬਨ 6 ਮਿਲੀਅਨ 60 ਲੱਖ ਏਕੜ ਰਕਬੇ ਤੇ ਪੰਜਾਬ ਤੇ ਜਿਹੜਾ ਚਾਵਲ ਹੁੰਦਾ ਹੈ। ਉਸ ਤੋਂ ਬਾਅਦ ਜਦੋਂ ਕਣਕ ਆਉਂਦੀ ਹੈ ਤੇ ਉਹ ਸਾਰੀ ਦੀ ਸਾਰੀ 100% ਛੱਟੇ ਨਾਲ ਆ ਰਹੀ ਹੈ। ਅਸੀਂ ਜਿੱਥੇ ਕਣਕ ਨੂੰ ਰਿਪਲੇਸ ਕਰ ਰਹੇ ਹਾਂ ਕਿ ਉੱਥੇ ਹੈਪੀ ਸੀਡਰ ਆਵੇ, ਜ਼ੀਰੋ ਟਿਲ ਡਰਿਲ ਆਵੇ, ਜਾਂ ਇਹ ਜਿਹੜਾ ਬੈਡ ਪਲਾਂਟਰ ਆਏ, ਉਹਦੇ ਨਾਲ ਹੀ ਅਸੀਂ ਇਹ ਕਰਦੇ ਹਾਂ ਕਿ ਰਾਈਸ ਵੀ ਜਦੋਂ ਵੀਟ ਤੋਂ ਬਾਅਦ ਹੁਣ ਜਿਸ ਤਰ੍ਹਾਂ ਰਾਈਸ ਹੈ ਤੇ ਇਹਨੂੰ ਵੀ ਅਸੀਂ PRB ਤੇ ਲੈ ਕੇ ਜਾਈਏ। ਇਹ ਸਾਡਾ ਪਲੇਟਫਾਰਮ ਜਿਹੜਾ ਸਾਵੀ ਦਾ, ਇਹ ਇਹਨਾਂ ਨੂੰ ਡਿਜੀਟਲ ਕਨੈਕਟੀਵਿਟੀ ਨਾਲ ਇੱਕ ਚੀਜ਼ ਜਿਹੜੀ ਹੈ ਇਸ ਵੇਲੇ ਪੂਰੇ ਦੇ ਪੂਰੇ ਸਾਡੇ ਪਾਕਿਸਤਾਨ ਦੇ ਫਾਰਮਰਸ ਕੋਲ ਇਹ ਜਿਹੜੀ ਹੈ ਮੋਬਾਈਲ ਫੋਨ ਦੀ ਐਕਸੈਸ ਹੈ। ਅਸੀਂ ਉਸ ਮੋਬਾਈਲ ਫੋਨ ਦੀ ਜਿਹੜੀ ਹੈ ਨਾ ਸਾਵੀ ਦੀ ਐਪ ਦੇ ਥਰੂ ਅਸੀਂ ਇਹਨਾਂ ਨੂੰ ਆਪਣੇ ਦੂਜੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨਾਲ ਜਾਵਾਂਗੇ ਕਿ ਇੱਥੇ ਜਿਹੜੀ ਰਿਸਰਚ ਹੋ ਰਹੀ ਹੈ, ਇੱਥੇ ਜਿਹੜੇ ਇੰਪਲੀਮੈਂਟਸ ਹੋ ਰਹੇ ਨੇ, ਉਹਨਾਂ ਨੂੰ ਪ੍ਰੈਕਟੀਕਲੀ ਉਸ ਫਾਰਮ ਤੇ ਅਸੀਂ ਜਿਹੜਾ ਜ਼ੈਦੀ ਫਾਰਮ ਦੇ ਉੱਤੇ ਉਹਨਾਂ ਦੀ ਗਰਾਊਂਡ ਟਰੂਥਿੰਗ ਕਰੀਏ। ਔਰ ਇਨਸ਼ਾਅੱਲਾ ਇਸ ਸੀਜ਼ਨ ਦੇ ਵਿੱਚ ਹੀ ਜਦੋਂ ਇਹ ਦੂਸਰਾ ਜਿਹੜੇ ਤੁਸੀਂ 25,000 ਫਾਰਮਰਸ ਨੂੰ SMS ਦੇ ਉੱਤੇ ਜਿਹੜੀ ਸਰਵਿਸ ਦੇ ਰਹੇ ਜੀ, ਇਰੀਗੇਸ਼ਨ ਐਡਵਾਈਜ਼ਰੀ ਸਰਵਿਸ, ਅਸੀਂ ਉਹਨੂੰ SMS ਨੂੰ ਅੱਗੇ ਵਧਾ ਕੇ ਅਸੀਂ ਚਾਹ ਰਹੇ ਹਾਂ ਕਿ ਉਹਨੂੰ ਜਿਹੜੀ ਉਹਦੀ ਫਾਰਮ ਮੈਪਿੰਗ ਹੋਵੇ ਔਰ ਉਸ ਦੀ ਸੈਟੇਲਾਈਟ ਬੇਸਡ ਇਨਫੋਰਮੇਸ਼ਨ ਉਹਨੂੰ ਮਿਲੇ ਕਿ ਇਸ ਵੇਲੇ ਮੇਰੀ ਜ਼ਮੀਨ ਦੇ ਉੱਤੇ, ਮੇਰੇ ਆਪਣੇ ਫਾਰਮ ਦੇ ਉੱਤੇ ਰੀਅਲ ਟਾਈਮ ਡੇਟਾ ਉਹਦਾ ਹੈ ਕਿ ਆਪਣੇ ਫਾਰਮ ਦੇ ਉੱਤੇ ਇੱਥੇ ਟੈਂਪਰੇਚਰ ਕੀ ਹੈ, ਰਿਲੇਟਿਵ ਹਿਊਮਿਡਿਟੀ ਕੀ ਹੈ, ਰੇਨਫਾਲ ਦੀ ਪ੍ਰੈਡਿਕਸ਼ਨ ਕੀ ਹੈ, ਇਹ ਉਹਦੇ ਮੁਤਾਬਕ ਉਹ ਆਪਣੀ ਪਲੈਨਿੰਗ ਕਰੇ ਤੇ ਇਸ ਨੂੰ ਅਸੀਂ SMS ਤੋਂ ਸੈਟੇਲਾਈਟ ਬੇਸਡ ਇਨਫੋਰमेशन थे जावा। थैंक यू जी। खुरम साहब, अब नेक्स्ट मशीन कौन सी है? अच्छा, हाँ जी साहब, ये हमारा दूसरा वीट बैड प्लांट, इसका खैर वो पहले गिल साहब बता चुके हैं कि ਇਹ ਜਿਹੜੀ ਹੈਗੀ ਦੂਸਰੀ ਹੈ। ਤੇ ਸਰ ਹਰ ਫੈਮੀਲੀਅਰ ਜ਼ਿੰਮੇਦਾਰ ਵੀ ਸਾਡੇ ਇਹ ਹੈਗਾ ਗੰਦਮ ਦੀ ਪਟੜੀਆਂ ਤੇ ਕਾਸ਼ ਜਿਹੜਾ ਨਾ ਵੀਟ ਬੈਡ ਪਲਾਂਟਰ ਅਸੀਂ ਨੂੰ ਕਹਿੰਦੇ ਆ। ਤੇ ਇਹ ਵੀ ਸਿੰਪਲ ਮੈਕੈਨਿਜ਼ਮ ਉਹੀ ਹੈ ਕਿ ਜਿਵੇਂ ਤੁਸੀਂ ਡਰਿਲ ਕੇ ਉੱਤੇ ਇਹਦੇ ਹਾਪਰ ਤੁਸੀਂ ਬੀਜ ਤੋਂ ਖਾਦ ਪਾਣੀ ਹੈ ਤੇ ਅਸੀਂ ਜਸਟ ਇਹਨੂੰ ਜ਼ਮੀਨ, ਲੇਕਿਨ ਇਹਦੇ ਵਾਸਤੇ ਇੱਕ ਸ਼ਰਤ ਸਿਰਫ ਇਹ ਹੁੰਦੀ ਕਿ ਜ਼ਮੀਨ ਤੁਹਾਡੀ ਜ਼ਰਾ ਅੱਛੀ ਤਿਆਰ ਹੋਏ, ਕਿਉਂਕਿ ਜਿੰਨੀ ਅੱਛੀ ਜ਼ਮੀਨ ਤਿਆਰ ਹੋਗੀ ਤੁਹਾਡਾ ਉਨੇ ਅੱਛਾ ਸਾਫਟ ਬੈੱਡ ਬਣੇਗਾ ਤੇ ਉਹਦੇ ਉੱਤੇ ਉਨੇ ਹੀ ਅੱਛੇ ਤਰੀਕੇ ਨਾਲ ਬੀਜ ਦੀ ਤੇ ਖਾਦ ਦੀ ਜਿਹੜੀ ਹੈ ਉਹ ਘੇਰਾ ਹੋ ਜਾਏਗਾ। ਤੇ ਇੱਕ ਹੈ ਮਤਲਬ ਕਿ ਬਿਹਤਰੀਨ ਸਾਡਾ ਇੱਕ ਵਾਟਰ ਮੈਨੇਜਮੈਂਟ ਦਾ ਇੱਕ ਸਮਝੋ ਕਿ ਮੈਥਡ ਹੈ ਰਾਈਸ ਦਾ, ਵੀਟ ਦਾ। ਅੱਛਾ, ਉਸ ਤੋਂ ਬਾਅਦ ਅਸੀਂ ਫਿਰ ਅੱਗੇ ਆਉਂਦੇ ਹਾਂ ਕਿ ਜ਼ੀਰੋ, ਹਾਂ ਕਿ ਇਹ ਜਿਹੜੀ ਸਾਡੀ ਕੋਈ ਹੋਰ ਮਸ਼ੀਨ ਹੈ ਵੀ ਜ਼ੀਰੋ ਟਿਲੇਜ। ਜ਼ੀਰੋ ਟਿਲੇਜ ਮਤਲਬ ਜਿਵੇਂ ਨੋ ਟਿਲੇਜ, ਕਿ ਜਿਸ ਤਰ੍ਹਾਂ ਮੂੰਜੇ ਦੇ ਵੱਢ ਤੋਂ ਬਾਅਦ ਵੀ ਇੱਕ ਬੜੀ ਕਾਮਨ ਪ੍ਰੈਕਟਿਸ ਹੈ ਕਿ ਉਸੇ ਜਿਹੜਾ ਬੱਤਰ ਮੌਜੂਦ ਹੈ ਜ਼ਮੀਨ ਦੇ ਵਿੱਚ ਤੇ ਉਸੇ ਦੇ ਵਿੱਚ ਹੀ ਕਿ ਜ਼ਿਮੀਂਦਾਰ ਜਿਹੜਾ ਉਹ ਹੁਣ ਆਪਣੀ ਪੁਰਾਣੀ ਮਿੱਥ ਛੱਡ ਦੇ। ਹਾਲੀ ਵੀ ਮਤਲਬ ਕਿ ਮੇਰਾ ਖਿਆਲ ਹੈ ਸ਼ਾਇਦ 70-80% ਜ਼ਿਮੀਂਦਾਰ ਛੱਟਾ ਹੀ ਕਰ ਰਿਹਾ। ਜਿਵੇਂ ਸਾਰਾ ਗੰਦਮ ਦਾ ਸੀਜ਼ਨ ਹੁਣ ਗੁਜ਼ਰ ਗਿਆ, ਹੁਣ ਅਸੀਂ ਅਗਲੇ ਮੂੰਜੀ ਦੇ ਸੀਜ਼ਨ ਦਾਖਲ ਹੋ ਗਏ ਹਾਂ, ਲੇਕਿਨ ਜ਼ਿਮੀਂਦਾਰ ਜ਼ਿਆਦਾਤਰ ਹਾਲੇ ਤੱਕ ਛੱਟਾ ਹੀ ਕਰ ਰਿਹਾ। ਤੇ ਇਹਦਾ ਇੱਕ ਬੈਸਟ ਹੈਗਾ ਕਿ ਮੂੰਜੀ ਦੇ ਵੱਢ ਤੋਂ ਬਾਅਦ ਜਿਹੜਾ ਅੱਛਾ ਵਾਲਾ ਮਾਸਟਰ ਮੌਜੂਦ ਹੁੰਦਾ ਹੈ ਤੇ ਇਹ ਮਸ਼ੀਨਾਂ ਹੁਣ ਤੇ ਤਕਰੀਬਨ ਲੋਕਲ ਲੈਵਲ ਦੇ ਬਣ ਵੀ ਰਹੀਆਂ ਨੇ, ਅਵੇਲੇਬਲ ਨੇ। ਤੇ ਜ਼ਿਮੀਂਦਾਰ ਇਸੇ ਮਸ਼ੀਨ ਇਸਤੇਮਾਲ ਕਰੇ, ਆਪਣੇ ਉਸ ਜਿਹੜਾ ਬੱਤਰ ਮੌਜੂਦ ਹੈ ਉਹਨੂੰ ਹੀ ਬੈਨੀਫੀਸ਼ੀਅਲ ਕਰੇ ਤੇ ਉਸੇ ਮੂੰਜੀ ਦੇ ਵੱਢ ਦੇ ਵਿੱਚ ਹੀ ਮਤਲਬ ਕਿ ਇਹਦਾ ਕਣਕ ਦਾ ਡਰਿਲ ਕਰਦੇ। ਉਹਦਾ ਫਾਇਦਾ ਉਹਦਾ ਕੀ ਹੋਏਗਾ ਕਿ ਇੱਕ ਤਾਂ ਉਹਨੂੰ ਜ਼ਮੀਨ ਦਾ ਤਿਆਰੀ ਦਾ ਖਰਚਾ ਉਹਦਾ ਬਚੇਗਾ, ਦੂਸਰਾ ਜਿਹੜੇ ਮੂੰਜੀ ਦੇ ਵੱਢ ਦੇ ਇੱਥੇ ਮੌਜੂਦ ਹੈ ਉਹ ਵਿੱਚ ਹੀ ਉਹਦੇ ਰਚ ਬਸ ਜਾਏਗੀ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਜਿਹੜੀ ਜ਼ਮੀਨ ਹੈ, ਜਿਹੜੀ ਹਲਕੀ ਜ਼ਮੀਨਾਂ ਨੇ, ਉਹਦਾ ਆਰਗੈਨਿਕ ਮੈਟਰ ਜਿਹੜੀ ਜ਼ਮੀਨ ਹੈ, ਜ਼ਮੀਨ ਸਿਹਤਮੰਦ ਬਣੇਗੀ। ਜਿਹੜਾ ਜ਼ਿਮੀਂਦਾਰ ਅੱਗ ਲਾ ਦਿੰਦਾ ਜਾਂ ਜਿਹੜਾ ਇਹ ਚੀਜ਼ਾਂ ਕਰ ਦਿੰਦਾ, ਇਹ ਮੇਰੀ ਬਲਕਿ ਇਲਤਜਾ ਜ਼ਿਮੀਂਦਾਰਾਂ ਦੇ ਨਾਲ ਕਿ ਬਿਲਕੁਲ ਆਪਣੀ ਆਸਾਨੀ ਨਾ ਦੇਖਣ ਕਿ ਜਸਟ ਆਪਣੀ ਆਸਾਨੀ ਵਾਸਤੇ ਅਸੀਂ ਇੱਕ ਇੰਤਹਾਈ ਕੀਮਤੀ ਆਪਣੇ ਮਤਲਬ ਕਿ ਇੱਕ ਉਹਨੂੰ ਅਸੀਂ ਅੱਗ ਲਾ ਕੇ ਸਵਾਹ ਕਰ ਦਿੰਦੇ ਹਾਂ। ਤੇ ਲਿਹਾਜ਼ਾ ਉਸ ਬਿਲਕੁਲ ਉਸ ਪਾਸੇ ਨਾ ਜਾਣ। ਹੁਣ ਮਸ਼ੀਨਾਂ ਮਾਰਕੀਟ 'ਚ ਅਵੇਲੇਬਲ ਨੇ, ਮਹਿਕਮਾ ਜ਼ਰਾਅਤ ਵਾਲੇ ਵੀ ਤੁਹਾਨੂੰ ਸਬਸਿਡੀ 'ਤੇ ਜ਼ਮੀਨਾਂ ਦੇ ਰਹੇ ਨੇ। ਚਾਪਰ ਤੁਸੀਂ ਲਵੋ, ਚਾਪਰ ਬੜੀ ਅੱਛੀ ਮਸ਼ੀਨ ਹੈ। ਅਗਰ ਤੁਸੀਂ ਵਾਕਈ ਤੰਗ ਹੋ ਇਹਨਾਂ ਮੁੱਢਾਂ ਤੋਂ ਤੇ ਤੁਸੀਂ ਇਹਨੂੰ ਚਾਪਰ ਨਾਲ ਚਾਪ ਕਰ ਦਿਓ,
ਜਿਹੜਾ ਤੁਹਾਡੀ ਇੱਕ ਹੈ ਕਿ ਜੀ ਅੱਗ ਲਾ ਕੇ ਅਸੀਂ ਆਪਣੀ ਜਾਨ ਛੁਡਾਈਏ, ਉਹ ਇਹਨੂੰ ਬਿਲਕੁਲ ਉਹਨੂੰ ਖਤਮ ਕਰ ਦਿਓ। ਇਹ ਬਲਕਿ ਸਾਡੇ ਵਾਸਤੇ, ਸਾਡੇ ਮੁਲਕ ਵਾਸਤੇ ਇੰਤਹਾਈ ਨੁਕਸਾਨਦੇਹ ਹੈ। ਵੇਖੋ ਕਿੰਨੀ ਬਿਮਾਰੀਆਂ ਆ ਰਹੀਆਂ ਨੇ। ਚਾਪਰ ਅਵੇਲੇਬਲ ਨੇ, ਚਾਪਰ ਬਲਕਿ ਕਮਿਊਨਿਟੀ ਚਾਪਰ ਖਰੀਦ ਲਏ, ਉਹਨੂੰ ਕਿ ਕਮਰਸ਼ਲ ਚਲਾ ਦੇਵੇ। ਜਿਵੇਂ ਇੱਕ ASP ਵਾਲਾ ਹੈਗਾ, ਸਰਵਿਸ ਪ੍ਰੋਵਾਈਡਰ ਹੈਗੇ ਨੇ, ਇੱਕ ਚਾਪਰ ਖਰੀਦ ਲਵੇ, ਕਿੰਨਾ ਮਹਿਲ ਲੱਖ 1.5 ਲੱਖ। ਜਿਵੇਂ ਰੋਟਾਵੇਟਰ ਹੈ, ਵੇਖੋ ਰੋਟਾਵੇਟਰ ਮਸ਼ੀਨ ਹੁਣ ਇੰਟਰੋਡਿਊਸ ਹੋ ਗਈ ਨਾ, ਹੁਣ ਜ਼ਿੰਮੇਦਾਰ ਉਹਨੂੰ ਬਕਾਇਦਾ ਪਿੱਛੇ ਜਾ ਕੇ ਕਿਰਾਏ ਤੇ ਜਾ ਕੇ ਲੈਂਦਾ ਰੋਟਾਵੇਟਰ। ਉਹਦਾ ਵੀ ਇਹੀ ਮਕਸਦ ਹੈ ਕਿ ਰੋਟਾਵੇਟਰ ਕੀ ਕਰਦਾ, ਜ਼ਮੀਨ ਨੂੰ ਬਿਲਕੁਲ ਇੱਕ ਦਫਾ ਅੱਛੀ ਤਰ੍ਹਾਂ ਉਹਨੂੰ ਮਤਲਬ ਕਿ ਕਰ ਦਿੰਦਾ, ਮਿਲਾ ਜੁਲਾ ਦਿੰਦਾ। ਤੇ ਚਾਪਰ ਅਵੇਲੇਬਲ ਹੁਣ ਆ ਗਏ ਨੇ ਮਾਰਕੀਟ, ਤੁਸੀਂ ਚਾਪਰ ਲਵੋ। ਮੂੰਜੀ ਦਾ ਜਿਹੜਾ ਵੱਢ ਹੈ ਉਹਨੂੰ ਚਾਪ ਕਰੋ, ਉਹ ਜਿਹੜਾ ਤੁਹਾਡਾ ਜਿਹੜਾ ਮੂੰਜੀ ਦੇ ਜਿਹੜੇ ਬਾਕੀਆਤ ਨੇ, ਸਟੇਬਲਸ ਨੇ, ਉਹ ਤੁਹਾਡੀ ਜ਼ਮੀਨ ਦਾ ਇੰਤਹਾਈ ਕਾਰਾਮਦ। ਤੁਹਾਨੂੰ ਬਿਲਕੁਲ ਖਾਦਾਂ ਦੀ ਲੋੜ ਹੀ ਨਹੀਂ ਪੈਣੀ। ਮੈਂ ਕਹਿੰਦਾ DAP ਨੂੰ ਤੁਸੀਂ ਭੁੱਲ ਜਾਓਗੇ। ਜਿਵੇਂ DAP ਨੇ ਸਾਡੇ ਨਾਲ ਇਸ ਵਾਰੀ ਹਾਲ ਕੀਤਾ, ਅਸੀਂ ਪਰੇਸ਼ਾਨ ਹੋਏ। ਤੇ ਇਹ ਮੇਰੀ ਤੁਹਾਡੇ ਜ਼ਿੰਮੇਦਾਰ ਦੀ ਬੜੀ ਰਿਕੁਐਸਟ ਹੈ ਕਿ ਇਹ ਲਾਜ਼ਮੀ ਅਸੀਂ ਇਸ ਪਾਸੇ ਆਈਏ, ਨਾ ਕਿ ਅਸੀਂ ਆਪਣੀ ਆਸਾਨੀ ਨਾਲ ਵੇਖਣ ਵਾਸਤੇ ਪਾਣੀ ਦਬਾ ਕੇ ਲਾਈਏ, ਅੱਗਾਂ ਲਾਈਏ, ਆਪਣੀ ਅਸੀਂ ਆਪਣੇ ਆਪ ਨੂੰ ਨੁਕਸਾਨ ਕਰਦੇ ਜਾਈਏ। ਮੈਂ ਥੋੜਾ ਜਿਹਾ ਐਡ ਕਰਦੇ ਹਾਂ ਇਹਨਾਂ ਦਾ। ਇਹ ਜ਼ੀਰੋ ਟਿਲ ਡਰਿਲ ਦੀ ਬੇਸਿਕ ਫਿਲਾਸਫੀ ਕੀ ਹੈ? ਇਹਦਾ ਟਾਈਨ ਜਿਹੜਾ ਹੈ ਨਾ, ਇਹ ਇਨਵਰਟਡ T ਸ਼ੇਪ ਟਾਈਨ ਹੈ ਇਹਦਾ। ਇਹਨਾਂ ਉਹਦਾ ਫਾੜਾ ਚੇਂਜ ਕੀਤਾ ਹੈ। ਇਹ ਸਾਡੇ ਪਾਕਿਸਤਾਨ ਦੇ ਬੜੇ ਮਾਇਆਨਾਜ਼ ਸਾਡੇ ਸਾਇੰਸਦਾਨ ਡਾਕਟਰ ਅਸ਼ਰਫ ਚੌਧਰੀ, ਨਿਊਜ਼ੀਲੈਂਡ ਦੇ ਵਿੱਚ ਉਹ ਪ੍ਰੋਫੈਸਰ ਸਨ, ਅੱਜ ਕੱਲ੍ਹ ਉਹ ਫਿਰ ਮੈਂਬਰ ਪਾਰਲੀਮੈਂਟ ਰਹੇ, ਅੱਜ ਕੱਲ੍ਹ ਵੀ ਉਹ ਉਹਨਾਂ ਦੀ ਲੇਬਰ ਪਾਰਟੀ ਦੇ ਉੱਥੇ ਆਕਲੈਂਡ ਦੇ ਵਿੱਚ। ਇਹ ਉਹਨਾਂ ਉੱਥੋਂ ਨਿਊਜ਼ੀਲੈਂਡ ਤੋਂ ਪਲੱਸ ਜਿਹੜੀ ਸਿਮਟ ਨੇ, ਆਪਣੇ ਜਿਹੜਾ ਸਿਮਟ ਅਦਾਰਾ ਹੈ ਵੀਟ ਔਰ ਮੇਜ਼ ਦਾ, ਉਹਨਾਂ ਨੇ ਰਾਈਸ ਵੀਟ ਕੰਸੋਰਸ਼ੀਅਮ ਦੇ ਤਹਿਤ ਇਹ ਟਾਈਨਸ ਲੈ ਕੇ ਆਂਦਾ। ਔਰ ਇਸ ਟਾਈਨ ਨੇ ਇੱਕ ਤਬਦੀਲੀ ਲਿਆਂਦੀ ਪੂਰੇ ਸਿਸਟਮ 'ਚ ਲੈ ਕੇ ਆਏ। ਯਾਨੀ ਤੁਸੀਂ ਚਾਵਲ ਕੱਟਿਆ, ਚਾਵਲ ਦੇ ਜਿਹੜੀਆਂ ਮੁੱਢਾਂ ਦੇ ਵਿੱਚ ਤੁਸੀਂ ਇਹਨੂੰ ਡਾਇਰੈਕਟ ਇਹਦੇ ਨਾਲ ਇਹਨੂੰ ਕਰਦੇ ਸਿਰਫ ਉਹ ਬਾਕੀ ਖੇਤ ਨੂੰ ਡਿਸਟਰਬ ਨਹੀਂ ਕਰਦਾ। ਜੜੀ ਬੂਟੀਆਂ ਜਿਹੜੀਆਂ ਨੇ ਉਹ ਸੋਏ ਹੋਏ ਸ਼ੇਰ ਨੂੰ ਨਹੀਂ ਜਗਾਇਆ ਜਾਂਦਾ। ਯਾਨੀ ਉਹਨਾਂ ਦੇ ਵਿੱਚ ਸਟਬਲਸ ਦੇ ਵਿੱਚ ਇਹ ਸਲਾਟ ਦਿੰਦਾ ਹੈ, ਬੀਜ ਔਰ ਖਾਦ ਇਹਦੇ ਵਿੱਚ ਦੇ ਕੇ, ਤੇ ਉਹਨੂੰ ਤੋਂ ਸਲਾਟ ਬੰਦ ਹੋ ਜਾਂਦੀ ਹੈ। ਸੋ ਖਾਦ ਵੀ ਜਿਹੜੀ ਹੈ ਬੀਜ ਨੂੰ ਦੇ ਨਾਲ ਮਿਲ ਗਈ, ਬੈਂਡਿੰਗ ਹੋ ਗਈ, ਔਰ ਦੂਸਰਾ ਜਿਹੜਾ ਜੜੀ ਬੂਟੀਆਂ ਦਾ ਕੰਟਰੋਲ, ਔਰ ਜਿਹੜੇ ਸਟਬਲਸ ਨੇ ਉਹ ਕੁਛ ਦੇਰ ਤੋਂ ਬਾਅਦ ਗਲ ਕੇ ਤੇ ਉਹ ਖਾਦ ਬਣ ਜਾਂਦੇ ਨੇ। इसमें जो मेजर चेंज है, जो हमारे सारे काश्तकार जितने पंजाब में जो ड्रिल कर रहे हैं, रबी ड्रिल को चेंज करवा सकते हैं इन फालों के ज़रिए। वो सिर्फ इंडियन पंजाब में उन्होंने क्या किया कि तकरीबन सारे ही फार्मर जो थे उनके पास रबी ड्रिल थी, उन्होंने 2-3 हज़ार रुपया दे के, उस वक़्त की बात है, सारी अपनी ड्रिलें जो थी वो ज़ीरो टिल में। अब जो आप देख रहे हैं नई हैप्पी सीडर आ गया है या दूसरी है, वो सेकंड जनरेशन ज़ीरो टिल ड्रिल है। अब बेड प्लांटर में भी देखा आपने कि यही फाले जो हैं उसमें भी लगे हैं। तो इसके लिए हम ये चाहते हैं कि जी ये इसमें गवर्नमेंट डिपार्टमेंट्स भी और मैन्युफैक्चरर जो हैं वो आएँ, और इसमें हमारे जो रिसर्च के अदारे हैं, मसलन पार्ब है या बाकी अदारे हैं, इस मामले में इनको इंडिजनाइजेशन और कमर्शलाइजेशन के लिए ये कम फॉरवर्ड आएँ। और इसमें हम जो है वो सॉइल हेल्थ भी इम्प्रूव कर सकते हैं, जो अपनी कास्ट ऑफ प्रोडक्शन भी कम कर सकते हैं। और फिर इसमें अब खेत की तैयारी और मूंजी के बाद जब गन्नम का आता है तो टाइम विंडो बड़ी शार्ट होती है, तो उसमें आप मिनिमम टाइम में साइल को डिस्टर्ब करते हुए मूंजी की जो चावल की रिजिजुअल जो मॉइस्चर है उसको यूज़ करते हुए आप कम पानी से और कम जो है कास्ट ऑफ प्रोडक्शन से आप ये यूज़ कर सकते हैं।